ਸ਼ਹਿਰ ਲੁਧਿਆਣਾ, ਪੰਜਾਬ ਦਾ ਮਾਨਚੈਸਟਰ, ਸੰਘਣੀ ਵੱਸੋਂ ਚੌਹਾਂ ਦਿਸ਼ਾਵਾਂ ਵਿੱਚ ਫੈਲਿਆ ਪੁਰਾਤਨਤਾ ਤੇ ਆਧੁਨਿਕਤਾ ਦਾ ਸੁਮੇਲ ਸ਼ਹਿਰ। ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਦੇ ਇਤਿਹਾਸਿਕ ਪਲਾਂ ਦਾ ਗਵਾਹ ਲੁਧਿਆਣਾ। ਇਸ ਇਤਿਹਾਸਿਕ ਨਗਰ ਨਾਲ ਸੰਬੰਧਿਤ ਨੇ ਮਹਾਨ ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਤੇ ਸੁਖਦੇਵ। ਇਸ ਸ਼ਹਿਰ ਦੀ ਸਨਅਤ ਅੱਜ ਪੰਜਾਬ ਲਈ ਮਾਣ ਵਾਲੀ ਗੱਲ ਹੈ। ਇਸ ਸ਼ਹਿਰ ਨੇ न सिर्फ पंजाब, न सिर्फ भारत, सगों विदेशों विच भी अपने नां दा सिक्का जमाया है। पंजाब विच हरे इनकलाब दा सेहरा भी इस शहर नूं जांदा है। सनअती ते खेतीबाड़ी दी इस असीम शक्ति ते तरक्की नाल जगमग जगिया शहर लुधियाना ते कहाउण लगा पंजाब दा मानचेस्टर। ਇਹ ਸ਼ਹਿਰ ਸਾਂਝੇ ਪੰਜਾਬ ਦਾ ਕਿੱਸਾ ਹੈ। ਲੁਧਿਆਣਾ ਸੂਰਬੀਰਾਂ ਦੀ ਜਨਮ ਭੂਮੀ ਹੈ। ਇਹ ਸ਼ਹਿਰ ਸਨਅਤੀ ਤਰੱਕੀ ਦਾ ਅਲਮਬਰਦਾਰ ਹੈ। ਲੁਧਿਆਣਾ ਖੇਤੀਬਾੜੀ ਦਾ ਯੁੱਗ ਪਲਟਾਊ ਇਨਕਲਾਬ ਹੈ। ਇਹ ਸ਼ਹਿਰ ਆਜ਼ਾਦੀ ਨੂੰ ਕਾਇਮ ਰੱਖਣ ਵਾਲਿਆਂ ਦੀ ਵਿਰਾਸਤ ਹੈ। ਇੱਥੇ ਪ੍ਰੋਫੈਸਰ ਮੋਹਨ ਸਿੰਘ ਤੇ ਸਾਹਿਰ ਲੁਧਿਆਣਵੀ ਜਿਹੇ ਸ਼ਾਇਰਾਂ ਦੀ ਕਵਿਤਾ, ਲੋਕ ਗਾਇਕੀ ਤੇ ਸੱਭਿਆਚਾਰ ਦੇ ਸਾਂਝੇ ਦਰਿਆ ਵਗਦੇ ਨੇ। ਇਹ ਸ਼ਹਿਰ ਸਮੁੱਚੇ ਪੰਜਾਬ ਦਾ ਮਾਣ ਹੈ। ਲੁਧਿਆਣਾ ਨੂੰ ਦੇਸ਼ ਦੀਆਂ ਛੋਟੀਆਂ ਸਨਅਤੀ ਇਕਾਈਆਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ। 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ, ਉਸ ਵੇਲੇ ਲੁਧਿਆਣਾ ਵਿੱਚ ਸਨਅਤੀ ਗਤੀਵਿਧੀਆਂ ਬਹੁਤ ਹੀ ਨਾਮਾਤਰ ਸਨ। ਹੌਲੀ ਹੌਲੀ ਖੁਸ਼ਹਾਲੀ ਦਾ ਇੱਕ ਅਜਿਹਾ ਦੌਰ ਆਰੰਭ ਹੋਇਆ ਜਿਸ ਨਾਲ ਹਜ਼ਾਰਾਂ ਲੱਖਾਂ ਲੋਕਾਂ ਲਈ ਰੋਜ਼ੀ ਰੋਟੀ ਕਮਾਉਣ ਦੇ ਮੌਕੇ ਪੈਦਾ ਹੋਏ। ਲੁਧਿਆਣਾ ਦੀ ਸਨਅਤੀ ਤਰੱਕੀ ਨੂੰ ਵੇਖਦਿਆਂ ਪੰਜਾਬ ਦੇ ਸਨਅਤ ਵਿਭਾਗ ਨੇ ਲੁਧਿਆਣਾ ਦਾ ਯੋਜਨਾਬੱਧ ਵਿਕਾਸ ਸ਼ੁਰੂ ਕੀਤਾ। ਦੇਸ਼ ਆਜ਼ਾਦੀ ਤੋਂ ਬਾਅਦ ਇੰਡਸਟਰੀਅਲ ਏਰੀਆ, ਇੰਡਸਟਰੀਅਲ ਐਸਟੇਟ ਤੇ ਫੋਕਲ ਪੁਆਇੰਟ ਦੇ ਵੱਖ-ਵੱਖ ਫੇਜ਼ਾਂ ਦਾ ਵਿਕਾਸ ਕੀਤਾ ਗਿਆ। ਜੇ ਅਸੀਂ ਪਿਛਲੇ 5 ਸਾਲਾਂ ਦੇ ਅੰਕੜਿਆਂ ਨੂੰ ਹੀ ਵੇਖੀਏ ਤਾਂ ਲੁਧਿਆਣਾ ਵਿੱਚ 1991-92 ਵਿੱਚ ਛੋਟੀਆਂ ਸਨਅਤੀ ਯੂਨਿਟਾਂ ਦੀ ਗਿਣਤੀ 36,333 ਸੀ, ਜੋ 1995-96 ਵਿੱਚ ਵੱਧ ਕੇ 40,164 ਹੋ ਗਈ। ਛੋਟੀਆਂ ਸਨਅਤਾਂ ਵਿੱਚ ਪੂੰਜੀ ਨਿਵੇਸ਼ ਵੀ ਵੱਧਦਾ ਗਿਆ, ਜੋ ਕਰੀਬ 415 ਕਰੋੜ ਰੁਪਏ ਤੋਂ ਵੱਧ ਕੇ 1995-96 ਵਿੱਚ 585 ਕਰੋੜ ਰੁਪਏ ਹੋ ਗਿਆ। ਇਸੇ ਤਰ੍ਹਾਂ ਇੱਥੇ ਕੰਮ ਕਰਦੇ ਲੋਕਾਂ ਦੀ ਗਿਣਤੀ 2,18,700 ਤੋਂ ਵੱਧ ਕੇ 2,44,911 ਹੋ ਗਈ। 1991-92 ਵਿੱਚ ਦਰਮਿਆਨੇ ਤੇ ਵੱਡੇ ਕਾਰਖਾਨਿਆਂ ਦੀ ਗਿਣਤੀ 88 ਸੀ, ਜੋ 1995-96 ਵਿੱਚ ਵੱਧ ਕੇ 125 ਹੋ ਗਈ। ਕੁੱਲ ਪੂੰਜੀ ਨਿਵੇਸ਼ ਦੁੱਗਣਾ ਹੋ ਗਿਆ, 450 ਕਰੋੜ ਰੁਪਏ ਤੋਂ ਵੱਧ ਕੇ 850 ਕਰੋੜ ਰੁਪਏ। ਇਸੇ ਤਰ੍ਹਾਂ ਇਹਨਾਂ ਕਾਰਖਾਨਿਆਂ ਵਿੱਚ ਕੰਮ ਕਰਦੇ ਲੋਕਾਂ ਦੀ ਗਿਣਤੀ ਵਿੱਚ ਵੀ ਇਜ਼ਾਫਾ ਹੋਇਆ। 1991-92 ਵਿੱਚ 44,000 ਜਦਕਿ 1995-96 ਵਿੱਚ 60,000 ਲੋਕ ਇੱਥੇ ਕੰਮ ਕਰ ਰਹੇ ਸਨ। ਲੁਧਿਆਣਾ ਦੀ ਸਭ ਤੋਂ ਵੱਡੀ ਸਨਅਤ ਹੌਜ਼ਰੀ ਸਨਅਤ ਹੈ। ਇੱਥੇ ਬਣਿਆ ਹੌਜ਼ਰੀ ਦਾ ਸਮਾਨ
ਦੁਨੀਆ ਦੇ ਅਨੇਕਾਂ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਲੁਧਿਆਣੇ ਵਿੱਚ ਇਸ ਉਦਯੋਗ ਦੀ ਸ਼ੁਰੂਆਤ 1919 ਦੇ ਆਸ-ਪਾਸ ਹੋਈ। ਸ਼ੁਰੂ ਵਿੱਚ 5-6 ਯੂਨਿਟ ਸਨ, ਜਿੱਥੇ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਨਾਲ ਜੁਰਾਬਾਂ ਤਿਆਰ ਕੀਤੀਆਂ ਜਾਂਦੀਆਂ ਸਨ। 1935 ਵਿੱਚ ਪੰਜਾਬ ਸਰਕਾਰ ਨੇ ਇਸ ਸਨਅਤ ਦੇ ਵਿਕਾਸ ਲਈ ਹੌਜ਼ਰੀ ਇੰਸਟੀਚਿਊਟ ਦੀ ਸਥਾਪਨਾ ਕੀਤੀ, ਜੋ ਅੱਜ ਗਵਰਨਮੈਂਟ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨੋਲੋਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵੇਲੇ ਲੁਧਿਆਣਾ ਵਿੱਚ ਹੌਜ਼ਰੀ ਦਾ ਸਮਾਨ ਤਿਆਰ ਕਰਨ ਵਾਲੇ ਕਰੀਬ 8000 ਯੂਨਿਟ ਨੇ। ਲੁਧਿਆਣਾ ਦੀ ਕਰੀਬ ਅੱਧੀ ਵਸੋਂ ਦੀ ਰੋਜ਼ੀ ਰੋਟੀ हौजरी सनत पर निर्भर करती है। 11 साल हो गए काम करते हुए, यहीं से रोटी चलती है। 3 बच्चे हैं हमारे। 16-17 साल हो गए जी मैंने काम करदे ਨੂੰ। ਇੱਥੇ ਮੇਰੀ ਰੋਟੀ ਪਾਣੀ ਇਹ ਮੇਰਾ ਪਰਿਵਾਰ ਸੁੱਖ ਨਾਲ ਰੋਟੀ ਪਾਣੀ ਇੱਥੇ ਹੀ ਖਾਂਦਾ ਹੈ। ਇੰਨੇ ਚਿਰ ਹੋ ਗਿਆ ਮੈਨੂੰ ਇੱਥੇ ਕੰਮ। ਛੋਟੀਆਂ ਯੂਨਿਟਾਂ ਤੋਂ ਇਲਾਵਾ ਲੁਧਿਆਣੇ ਵਿੱਚ ਹੌਜ਼ਰੀ ਦਾ ਸਮਾਨ ਤਿਆਰ ਕਰਨ ਵਾਲੇ ਬਹੁਤ ਹੀ ਵੱਡੇ ਕਾਰਖਾਨੇ ਨੇ, ਜਿੱਥੇ ਕੰਪਿਊਟਰਾਈਜ਼ਡ ਨਿਟਿੰਗ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਦੂਜੇ ਦੇਸ਼ਾਂ ਤੋਂ ਦਰਾਮਦ ਕੀਤੀਆਂ ਗਈਆਂ ਇਹਨਾਂ ਨਿਟਿੰਗ ਮਸ਼ੀਨਾਂ ਤੇ ਆਲਾ ਕਿਸਮ ਦੇ ਨਿਟਵੀਅਰ ਤਿਆਰ ਕੀਤੇ ਜਾਂਦੇ ਨੇ। ਇੱਥੇ ਤਿਆਰ ਹੁੰਦੇ ਸਵੈਟਰ, ਪੁਲਓਵਰ, ਕਾਰਡੀਗਨ, ਜਰਸੀਆਂ ਤੇ ਹੌਜ਼ਰੀ ਦਾ ਹੋਰ ਸਮਾਨ ਜਿੱਥੇ ਦੇਸ਼ ਦੇ ਸਾਰੇ ਛੋਟੇ ਵੱਡੇ ਸ਼ਹਿਰਾਂ ਵਿੱਚ ਜਾਂਦਾ ਹੈ, ਉੱਥੇ ਇਹ ਦੁਨੀਆ ਦੇ ਸਾਰੇ ਹੀ ਵਿਕਸਤ ਤੇ ਹੋਰਨਾਂ ਮੁਲਕਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ। ਲੁਧਿਆਣਾ ਦੀ ਹੌਜ਼ਰੀ ਸਨਅਤ ਦੇਸ਼ ਲਈ ਬਹੁਤ ਹੀ ਕੀਮਤੀ ਵਿਦੇਸ਼ੀ ਸਿੱਕਾ ਕਮਾ ਰਹੀ ਹੈ। 1996 ਵਿੱਚ ਹੌਜ਼ਰੀ ਵਸਤਾਂ ਦਾ ਨਿਰਯਾਤ 1000 ਕਰੋੜ ਰੁਪਏ ਦੇ ਕਰੀਬ ਹੋ ਗਿਆ ਸੀ। ਮਿਆਰ ਨੂੰ ਬਿਹਤਰ ਬਣਾਉਣ ਤੇ ਇਸ ਸਨਅਤ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਨਿਟਵੀਅਰ ਕਲੱਬ, ਵੂਲ ਕਲੱਬ ਤੇ ਇੰਟਰਨੈਸ਼ਨਲ ਵੂਲ ਸੈਕਟਰੀਏਟ ਦਾ ਖਾਸ ਰੋਲ ਹੈ। ਇੰਟਰਨੈਸ਼ਨਲ ਵੂਲ ਸੈਕਟਰੀਏਟ ਨੇ ਕਾਫੀ ਕੰਮ ਕੀਤਾ ਹੈ, ਕਾਫੀ ਯੋਗਦਾਨ ਦਿੱਤਾ ਹੈ। ਆਜ਼ਾਦੀ ਦੇ ਸ਼ੁਰੂ ਦੇ ਵਿੱਚ ਨਾ ਦੇ ਬਰਾਬਰ ਹੀ ਯੂਨਿਟ ਸੀਗੇ ਜਿਨ੍ਹਾਂ ਕੋਲ AWS ਦਾ ਲਾਇਸੈਂਸ ਸੀਗਾ, ਪਰੰਤੂ ਪਿਛਲੇ 5-10 ਸਾਲਾਂ ਦੇ ਵਿੱਚ ਹੁਣ ਕਾਫੀ ਉਦਮੀਆਂ ਨੇ ਇਹ ਲਾਇਸੈਂਸ ਪ੍ਰਾਪਤ ਕਰ ਲਿੱਤਾ ਹੈ। ਇਹਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਵੀ ਆਪਾਂ ਬਾਹਰ ਆਪਣਾ ਮਾਲ ਵੇਚਦੇ ਨੇ ਔਰ ਜਿਹਦੇ ਵਿੱਚ AWS ਦਾ ਮਾਰਕਰ ਲੱਗਿਆ ਹੋਵੇ ਤਾਂ ਉਹਨੂੰ ਇਮੀਡੀਏਟ ਕੁਆਲਿਟੀ ਦੀ ਰਿਕੋਗਨਾਈਜੇਸ਼ਨ ਮਿਲ ਜਾਂਦੀ ਹੈ। ਆਜ਼ਾਦੀ ਦੇ ਪਿਛਲੇ 50 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਹੌਜ਼ਰੀ ਉਦਯੋਗ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਹੈ। ਲੁਧਿਆਣਾ ਆਮ ਹੀ ਨਹੀਂ ਮੈਨਚੈਸਟਰ ਆਫ ਇੰਡੀਆ ਕਿਹਾ ਜਾਂਦਾ। ਲੁਧਿਆਣਾ ਨਾ ਕੇਵਲ ਹਿੰਦੁਸਤਾਨ ਬਲਕਿ ਵਿਦੇਸ਼ ਦੇ ਵਿੱਚ ਵੀ ਇਹਦਾ ਹੌਜ਼ਰੀ ਦਾ ਮਾਲ ਬਹੁਤ ਜ਼ਿਆਦਾ ਮਸ਼ਹੂਰ ਹੈ। ਪਿਛਲੇ 5 ਸਾਲਾਂ ਵਿੱਚ ਅੱਜ ਦੀ ਤਰੀਕ 'ਚ ਹਿੰਦੁਸਤਾਨ ਤੋਂ ਲੁਧਿਆਣਾ ਤੋਂ 600-700 ਕਰੋੜ ਰੁਪਏ ਦੀ ਐਕਸਪੋਰਟ ਹੈ, ਜੋ ਕਿ ਪਿਛਲੇ 50 ਸਾਲ ਪਹਿਲਾਂ ਕੋਈ ਕਰੋੜ ਰੁਪਏ ਦੇ ਕਰੀਬ ਸੀਗੀ। ਇਸ ਵੇਲੇ ਲੁਧਿਆਣਾ ਵਿੱਚ ਵੂਲਨ, ਐਕ੍ਰੈਲਿਕ, ਬਲੈਂਡਡ ਤੇ ਸੂਤੀ ਧਾਗਾ ਤਿਆਰ ਕਰਨ ਵਾਲੇ ਕਰੀਬ 100 ਕਾਰਖਾਨੇ ਹਨ, ਜੋ ਲੁਧਿਆਣਾ ਦੀ ਹੌਜ਼ਰੀ ਸਨਅਤ ਦੀਆਂ ਲੋੜਾਂ ਹੀ ਪੂਰੀਆਂ ਨਹੀਂ ਕਰਦੇ, ਸਗੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਨੂੰ ਧਾਗਾ ਸਪਲਾਈ ਕਰਨ ਦੇ ਨਾਲ-ਨਾਲ ਸਾਲਾਨਾ ਵੱਖ-ਵੱਖ ਕਿਸਮ ਦਾ ਕਰੀਬ 6 ਕਰੋੜ ਰੁਪਏ ਦਾ ਧਾਗਾ ਨਿਰਯਾਤ ਕਰਦੇ ਨੇ। ਹੌਜ਼ਰੀ ਸਨਅਤ ਦੇ ਵਿਕਾਸ ਵਿੱਚ ਰਾਜ ਸਰਕਾਰ ਦਾ ਵਿਸ਼ੇਸ਼ ਯੋਗਦਾਨ ਹੈ। ਲੁਧਿਆਣਾ ਦੇ ਗਵਰਨਮੈਂਟ ਇੰਸਟੀਚਿਊਟ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨੋਲੋਜੀ ਵਿੱਚ ਸਿਖਲਾਈ ਪ੍ਰਾਪਤ ਇੰਜੀਨੀਅਰ ਟੈਕਸਟਾਈਲ ਤੇ ਹੌਜ਼ਰੀ ਸਨਅਤ ਵਿੱਚ ਬੜਾ ਸਫਲ ਕਿਰਦਾਰ ਅਦਾ ਕਰ ਰਹੇ ਨੇ। ਲੁਧਿਆਣਾ ਦੀ ਸਾਈਕਲ ਸਨਅਤ ਨੇ ਭਾਰਤ ਦਾ ਨਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਰੌਸ਼ਨ ਕੀਤਾ ਹੈ। ਇੱਥੇ ਬਣਦੇ ਸਾਈਕਲ ਯੂਰਪ, ਉੱਤਰੀ ਤੇ ਦੱਖਣੀ ਅਮਰੀਕਾ, ਅਫਰੀਕਾ, ਮਿਡਲ ਈਸਟ ਤੇ ਉੱਤਰ ਪੂਰਬੀ ਏਸ਼ੀਆ ਦੇ ਕਰੀਬ 100 ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਨੇ। ਚੀਨ ਤੋਂ ਬਾਅਦ ਸਭ ਤੋਂ ਵੱਧ ਸਾਈਕਲ ਭਾਰਤ ਵਿੱਚ ਬਣਦੇ ਨੇ। ਦੁਨੀਆ ਵਿੱਚ ਸਭ ਤੋਂ ਵੱਧ ਸਾਈਕਲ ਤਿਆਰ ਕਰਨ ਵਾਲਾ ਕਾਰਖਾਨਾ ਲੁਧਿਆਣਾ ਵਿੱਚ ਹੀ ਹੈ। ਸਾਈਕਲ ਇੰਡਸਟਰੀ ਲੁਧਿਆਣਾ 1947 ਤੋਂ ਪਹਿਲੇ ਸ਼ੁਰੂ ਹੋ ਚੁੱਕੀ ਸੀ, ਲੇਕਿਨ 47 ਦੇ ਬਾਅਦ ਬਹੁਤ ਫਾਸਟ ਪ੍ਰੋਗਰੈਸ ਲੁਧਿਆਣਾ 'ਚ ਹੋਈ। ਸਾਈਕਲ ਦੀ ਫੈਕਟਰੀਜ਼ ਅਗਰਚੇ ਲੁਧਿਆਣਾ ਤੋਂ ਬਾਹਰ ਲੱਗੀਆਂ ਸ਼ੁਰੂ 'ਚ, ਲੇਕਿਨ ਕੰਪਲੀਟ ਉਹਨੂੰ ਲੁਧਿਆਣੇ ਨੇ ਕੀਤਾ। ਹਰ ਚੀਜ਼, ਹਰ ਪਾਰਟ ਲੁਧਿਆਣੇ ਤੋਂ ਬਣਵਾਇਆ ਉਹਨਾਂ ਨੇ।
और लुधियाने जिस तरह कोई पैदाइशी कारीगर सन, लुधियाना एक ऐसी साइकिल दे वास्ते जैसे एक मदर टाउन है साइकिल दा, लुधियाना ने इस तरह रोल किया और अज 80% साइकिल और साइकिल पार्ट्स लुधियाना बनते हैं और लुधियाना सप्लाई होंगे ने। ਸਾਈਕਲ ਦੇ ਵੱਖ-ਵੱਖ ਹਿੱਸੇ ਪੁਰਜ਼ੇ ਤਿਆਰ ਕਰਨ ਵਾਲੇ 2000 ਦੇ ਕਰੀਬ ਛੋਟੇ ਯੂਨਿਟ ਲੁਧਿਆਣਾ ਦੀ ਸਾਈਕਲ ਸਨਅਤ ਦਾ ਅਨਿੱਖੜਵਾਂ ਅੰਗ ਨੇ। ਇਹਨਾਂ ਛੋਟੇ ਕਾਰਖਾਨਿਆਂ ਵਿੱਚ ਕਰੀਬ 50,000 ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਇਹਨਾਂ ਕੁਸ਼ਲ ਕਾਰੀਗਰਾਂ ਦਾ ਤਿਆਰ ਕੀਤਾ ਮਾਲ ਦੇਸ਼ ਦੇ ਹਰ ਇੱਕ ਹਿੱਸੇ ਵਿੱਚ ਜਾਂਦਾ ਹੈ। ਦੇਸ਼ ਦੇ ਸਾਈਕਲਾਂ ਦੇ ਹਿੱਸੇ ਪੁਰਜ਼ਿਆਂ ਦਾ 90% ਉਤਪਾਦਨ ਲੁਧਿਆਣਾ ਵਿੱਚ ਹੁੰਦਾ ਹੈ। ਸਾਈਕਲ ਦੇ ਹੈਂਡਲ ਤੋਂ ਲੈ ਕੇ ਪੈਡਲ ਤੱਕ ਸਾਰੇ ਹਿੱਸੇ ਪੁਰਜ਼ੇ ਮਾਹਰ ਕਾਰੀਗਰਾਂ ਤੇ ਇੰਜੀਨੀਅਰਾਂ ਦੀ ਨਿਗਰਾਨੀ ਵਿੱਚ ਬਣਦੇ ਨੇ। ਮਿਆਰ ਅਤੇ ਪਾਇਦਾਰੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਵੱਡੇ ਕਾਰਖਾਨਿਆਂ ਵਿੱਚ ਆਧੁਨਿਕ ਮਸ਼ੀਨਰੀ ਦੇ ਲੱਗਣ ਨਾਲ ਉਤਪਾਦਨ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਦੇ ਸਾਈਕਲ ਦੇ ਨਿਰਯਾਤ ਵਿੱਚ ਪ੍ਰਮੁੱਖ ਹਿੱਸਾ ਲੁਧਿਆਣਾ ਦਾ ਹੀ ਹੈ। लुधियाना कम से कम 300-400 करोड़ रुपए का साइकिल पार्ट्स एक्सपोर्ट हो रहा और लुधियाने तो बाहर भी अगर जो एक्सपोर्ट हो रहे हैं जैसा मैं दसिया वो भी लुधियाने के ही बने हुए हैं साइकिल पार्ट्स। क्वालिटी का जहाँ तक तलक है इसलिए ग्लोबल क्वालिटी है और अगर अमेरिका दे विच कोई माल एक्सपोर्ट हो रहा है, साइकिल एक्सपोर्ट हो रही कंप्लीट, अमेरिका, जर्मनी, यूके सब लुधियाने के पार्ट्स बने हुए हैं। अमेरिका दे विच तां एक सैगमेंट ऐसा है जिहड़ा बच्चियां दा सैगमेंट है, यानी असी लोग सप्लाई नहीं कर पा रहे जिन्नी उत्थे उन्हां दी डिमांड है क्योंकि इतना सस्ता, इतनी प्राइस दूसरा होर कोई कंट्री नहीं सप्लाई कर सकता। ਲੁਧਿਆਣਾ ਦੀ ਸਾਈਕਲ ਸਨਅਤ ਨੇ ਬੀਤੇ ਕੁਝ ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਤੇ ਹੈਰਾਨੀਜਨਕ ਤਰੱਕੀ ਕੀਤੀ ਹੈ। ਸਾਈਕਲ ਦੇ ਨਵੇਂ ਤੋਂ ਨਵੇਂ ਮਾਡਲ ਸੜਕਾਂ ਦੀ ਸ਼ਾਨ ਬਣੇ ਹਨ। ਇੱਥੋਂ ਦੇ ਸਨਅਤਕਾਰਾਂ ਨੇ ਬਦਲਦੇ ਜ਼ਮਾਨੇ ਦੀ ਨਬਜ਼ ਨੂੰ ਬੜੀ ਚੰਗੀ ਤਰ੍ਹਾਂ ਪਛਾਣਿਆ, ਕੁਸ਼ਲਤਾ ਵਧਾਈ, ਕੀਮਤ ਘਟਾਈ ਤੇ ਦੁਨੀਆ ਦੇ ਹਰ ਹਿੱਸੇ ਵਿੱਚ ਮੁਲਕ ਦੀ ਸ਼ਾਨ ਬਣਾਈ ਹੈ। ਮੁਲਕ ਦੀ ਇਹ ਸ਼ਾਨ ਲੁਧਿਆਣਾ ਦੀ ਸ਼ਾਨ ਹੈ ਤੇ ਲੁਧਿਆਣਾ ਜਾਨ ਹੈ ਭਾਰਤੀ ਸਨਅਤੀ ਤਰੱਕੀ ਦੀ। ਲੁਧਿਆਣਾ ਵਿੱਚ ਮਸ਼ੀਨ ਟੂਲਸ ਬਣਾਉਣ ਦਾ ਕੰਮ ਬੜੀ ਵੱਡੀ ਪੱਧਰ ਤੇ ਹੁੰਦਾ ਹੈ। ਵੱਖ-ਵੱਖ ਸਨਅਤਾਂ ਦੀਆਂ ਮਸ਼ੀਨੀ ਲੋੜਾਂ ਪੂਰੀਆਂ ਕਰਨ ਲਈ ਜਿਸ ਕਦਰ ਭਾਂਤ-ਭਾਂਤ ਦੀਆਂ ਮਸ਼ੀਨਾਂ ਦਾ ਨਿਰਮਾਣ ਇੱਥੇ ਹੁੰਦਾ ਹੈ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇੱਥੋਂ ਦੇ ਉਦਯੋਗਪਤੀਆਂ ਨੇ ਸੋਮਿਆਂ ਦੀ ਘਾਟ ਦੇ ਬਾਵਜੂਦ ਆਪਣੀ ਮਿਹਨਤ, ਹਿੰਮਤ, ਸਿਰੜ ਤੇ ਸਿਦਕ ਸਦਕਾ ਦੇਸ਼ ਦੇ ਕੋਨੇ-ਕੋਨੇ ਤੇ ਹੋਰਨਾਂ ਮੁਲਕਾਂ ਵਿੱਚ ਕੁਆਲਿਟੀ ਅਤੇ ਮੁਨਾਸਬ ਕੀਮਤ ਕਰਕੇ ਆਪਣਾ ਸਿੱਕਾ ਜਮਾਇਆ ਹੈ। ਮੋਟਰ ਗੱਡੀਆਂ ਬਣਾਉਣ ਵਾਲੀਆਂ ਦੇਸ਼ ਦੀਆਂ ਸਾਰੀਆਂ ਹੀ ਪ੍ਰਮੁੱਖ ਕੰਪਨੀਆਂ ਨੂੰ ਹਿੱਸੇ ਪੁਰਜ਼ੇ ਸਪਲਾਈ ਕਰਨ ਵਾਲੇ ਕਾਰਖਾਨੇਦਾਰ ਬਹੁ ਮੰਤਵੀ ਮਸ਼ੀਨਾਂ ਦੀ ਖਰੀਦ ਲੁਧਿਆਣਾ ਤੋਂ ਹੀ ਕਰਦੇ ਨੇ। 10 ਵੱਡੇ ਕਾਰਖਾਨਿਆਂ ਤੋਂ ਇਲਾਵਾ ਲੁਧਿਆਣਾ ਵਿੱਚ ਮਸ਼ੀਨ ਟੂਲਸ ਬਣਾਉਣ ਵਾਲੇ ਕਰੀਬ 700 ਯੂਨਿਟ ਨੇ, ਜਿਨ੍ਹਾਂ ਵਿੱਚ ਲੇਥ ਮਸ਼ੀਨਾਂ, ਪਾਵਰ ਪ੍ਰੈਸ, ਡ੍ਰੌਪ ਹੈਮਰ, ਡ੍ਰਿਲਿੰਗ ਅਤੇ ਸੀਲਿੰਗ ਮਸ਼ੀਨਾਂ, ਪਾਈਪਾਂ ਨੂੰ ਕੱਟਣ ਤੇ ਪਾਲਿਸ਼ ਕਰਨ ਵਾਲੀਆਂ ਮਸ਼ੀਨਾਂ ਅਤੇ ਅਨੇਕਾਂ ਹੋਰ ਮਸ਼ੀਨਾਂ ਬਣਦੀਆਂ ਨੇ ਜੋ ਦੇਸ਼ ਦੇ ਕਰੀਬ ਸਾਰੇ ਛੋਟੇ ਵੱਡੇ ਸ਼ਹਿਰਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਨੇ। ਛੋਟੇ ਕਾਰਖਾਨਿਆਂ ਤੇ ਮੁਲਕ ਦੇ ਵੱਡੇ ਤੋਂ ਵੱਡੇ ਉਦਯੋਗਾਂ ਵਿੱਚ ਲੁਧਿਆਣੇ ਬਣੀਆਂ ਮਸ਼ੀਨਾਂ ਇਸਤੇਮਾਲ ਹੁੰਦੀਆਂ ਨੇ। ਬ੍ਰਿਟਿਸ਼ ਆਜ਼ਾਦ ਹੋਣ ਤੋਂ ਬਾਅਦ ਉਦੋਂ ਲੋਕ ਪਿੰਡਾਂ ਵਿੱਚੋਂ ਆਏ, ਸ਼ਹਿਰ ਦੇ ਵਿੱਚ ਇੱਥੇ ਫੈਕਟਰੀਆਂ ਲੱਗਣੀਆਂ ਚਾਲੂ ਹੋਈਆਂ। ਉਹਨਾਂ ਨੇ ਫਿਰ ਮਸ਼ੀਨਾਂ ਦੀ ਲੋੜ ਜਿਵੇਂ ਸੀਗੀ ਹਰੇਕ ਨੇ ਆਪਦੀ ਕੈਟਰ ਕਰ ਲਈ, ਕੁਝ ਬਾਹਰੋਂ ਲਈਆਂ, ਕੁਝ ਆਪਣੇ ਅੰਦਰ ਬਣਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਇੱਥੇ ਹੁਣ ਸਾਰੀਆਂ ਮਸ਼ੀਨਾਂ ਲੁਧਿਆਣੇ ਦੇ ਵਿੱਚ ਬਣਾ ਕੇ ਸਾਰੀ ਇੰਡਸਟਰੀ ਨੂੰ ਦਿੰਦੇ ਹਾਂ। ਜਿਹੜੀ ਚਾਹੇ ਉਹ ਇੰਡਸਟਰੀ ਸਾਈਕਲ ਪਾਰਟ ਨਾਲ ਤਲਕ ਰੱਖਦੀ ਆ, ਚਾਹੇ ਮੋਟਰ ਪਾਰਟ ਨਾਲ ਤਲਕ ਰੱਖਦੀ ਆ, ਚਾਹੇ ਕੋਈ ਹੋਰ ਸਮਾਨ ਬਣਾਉਂਦੀ ਆ, ਉਹ ਸਾਰੀ ਮਸ਼ੀਨਰੀ ਅਸੀਂ ਇੱਥੋਂ ਹੀ ਬਣਾ ਕੇ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਾਂ।
ਤੇ ਇੱਥੋਂ ਤੋਂ ਬਜਾਏ ਹੁਣ ਹਰ ਘਰ ਦੇ ਵਿੱਚ ਮਸ਼ੀਨਾਂ ਬਣਦੀਆਂ ਨੇ, ਜਿਵੇਂ ਖਰਾਦਾਂ, ਸ਼ੇਪਰਾਂ ਹੋ ਗਈਆਂ, ਪਾਵਰ ਪ੍ਰੈਸ ਹੋ ਗਏ, ਹੈਮਰ ਹੋ ਗਏ, ਮਿਲੀਆਂ ਹੋ ਗਈਆਂ। ਇਹ ਹਰ ਤਰ੍ਹਾਂ ਦੀ ਛੋਟੀ ਵੱਡੀ ਮਸ਼ੀਨ ਸਾਡੇ ਲੁਧਿਆਣੇ ਵਿੱਚ ਹੀ ਬਣਦੀ ਆ। ਲੁਧਿਆਣਾ ਦੀ ਮਸ਼ੀਨ ਟੂਲ ਸਨਅਤ ਦਾ ਉਤਪਾਦਨ 250 ਕਰੋੜ ਰੁਪਏ ਦੇ ਲਗਭਗ ਹੈ, ਜਿਸ ਵਿੱਚੋਂ ਕਰੀਬ 40 ਕਰੋੜ ਰੁਪਏ ਦੇ ਮੁੱਲ ਦੀਆਂ ਮਸ਼ੀਨਾਂ ਵਿਕਾਸ ਕਰ ਰਹੇ ਵੱਖ-ਵੱਖ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਨੇ। ਇਹ ਦੇਸ਼ ਨੇ ਕੇਨਿਆ, ਤੰਜ਼ਾਨੀਆ, ਯੁਗਾਂਡਾ, ਜ਼ਾਂਬੀਆ, ਸਾਊਦੀ ਅਰਬ, ਈਰਾਨ, ਇਰਾਕ, ਦੁਬਈ, ਬੰਗਲਾਦੇਸ਼, ਸ਼੍ਰੀਲੰਕਾ ਤੇ ਕੈਨੇਡਾ। ਮਸ਼ੀਨ ਟੂਲ ਅਸੀਂ ਡਿਵੈਲਪ ਕੰਟਰੀ ਨੂੰ ਭੇਜ ਸਕਦੇ ਹਾਂ, ਬਾਕੀ ਭੇਜ ਵੀ ਰਹੇ ਹਾਂ, ਕਿਉਂਕਿ ਡਿਵੈਲਪ ਕੰਟਰੀ ਦੇ ਵਿੱਚ ਇਸ ਲਈ ਮਸ਼ੀਨਾਂ ਜਾਂਦੀਆਂ ਕਿਉਂਕਿ ਉੱਥੇ ਬਹੁਤ ਐਡਵਾਂਸ ਅੱਜ ਕੱਲ੍ਹ ਟੈਕਨੋਲੋਜੀ ਆ ਗਈ ਹੈ। ਸਾਡੇ ਉਸ ਟੈਕਨੋਲੋਜੀ ਜਿੱਥੇ ਘਾਟ ਹੈ ਉਹ ਪੂਰੀ ਹੋ ਸਕਦੀ ਹੈ ਜੇ ਗੌਰਮੈਂਟ ਸਾਨੂੰ ਸਾਥ ਦੇਵੇ, ਸਾਨੂੰ ਉੱਥੋਂ ਮਸ਼ੀਨਾਂ ਇੰਪੋਰਟ ਕਰਵਾ ਕੇ ਦੇਵੇ, ਇੱਥੇ ਕੋਈ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਖੋਲ੍ਹੇ ਜਿਹਦੇ ਵਿੱਚ ਅਸੀਂ ਜਿਹੜਾ ਕੰਮ ਸਾਡੇ ਹੁਣ ਇਸ ਟਾਈਮ ਅਸੀਂ ਕਰ ਰਹੇ ਹਾਂ ਉਹਨੂੰ ਹੋਰ ਚੰਗੇ ਤਰੀਕੇ ਨਾਲ ਕਰ ਸਕੀਏ। ਮਸ਼ੀਨ ਟੂਲ ਸਨਅਤ ਵਿੱਚ ਲੱਗੇ ਉਦਮੀ ਸਨਅਤਕਾਰਾਂ ਤੇ ਮਿਹਨਤੀ ਕਾਮਿਆਂ ਨੇ ਪ੍ਰਾਪਤੀਆਂ ਦੀਆਂ ਹੋਰ ਬੁਲੰਦੀਆਂ ਅਜੇ ਸਰ ਕਰਨੀਆਂ ਨੇ ਅਤੇ ਤਰੱਕੀ ਦੀ ਰਫ਼ਤਾਰ ਨੂੰ ਕਾਇਮ ਰੱਖਦਿਆਂ 21ਵੀਂ ਸਦੀ ਵਿੱਚ ਦੇਸ਼ ਦੀ ਰਹਿਨੁਮਾਈ ਕਰਨੀ ਹੈ। ਆਟੋ ਪਾਰਟਸ ਸਨਅਤ ਕਰਕੇ ਲੁਧਿਆਣਾ ਦਾ ਨਾਂ ਦੁਨੀਆ ਦੇ ਨਕਸ਼ੇ ਵਿੱਚ ਹੋਰ ਵੀ ਉੱਭਰਿਆ ਹੈ। ਇੱਥੇ ਬਣਦੇ ਮੋਟਰ ਗੱਡੀਆਂ ਦੇ ਹਿੱਸੇ ਪੁਰਜ਼ੇ ਯੂਰਪ, ਅਫਰੀਕਾ, ਅਮਰੀਕਾ, ਇੰਗਲੈਂਡ ਤੇ ਹਾਲੈਂਡ ਵਰਗੇ ਉੱਨਤ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਨੇ। ਕੁੱਲ ਉਤਪਾਦਨ 300 ਕਰੋੜ ਰੁਪਏ ਦੇ ਲਗਭਗ ਹੈ, ਜਿਸ ਵਿੱਚੋਂ 75 ਕਰੋੜ ਰੁਪਏ ਦਾ ਸਮਾਨ ਵੱਖ-ਵੱਖ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਉਦਮੀਆਂ ਦੀ ਅਗਾਂਹ-ਵਧੂ ਸੋਚ ਕਰਕੇ ਜਿੱਥੇ ਇਸ ਸਨਅਤ ਦਾ ਆਧਾਰ ਨਿਰੰਤਰ ਮਜ਼ਬੂਤ ਹੋਇਆ ਹੈ, ਉੱਥੇ ਇਸ ਨੂੰ ਪਸਾਰ ਕਰਨ ਤੇ ਵਧਣ ਫੁੱਲਣ ਦੇ ਮੌਕੇ ਮਿਲੇ ਨੇ। ਲੁਧਿਆਣਾ ਵਿੱਚ ਟਰੈਕਟਰਾਂ, ਕਾਰਾਂ, ਬੱਸਾਂ, ਟਰੱਕਾਂ ਦੇ ਰੇਡੀਏਟਰ, ਹਰ ਗੱਡੀ ਦੀ ਪੂਰੀ ਸਸਪੈਂਸ਼ਨ ਯਾਨੀ ਕਮਾਨੀਆਂ ਤਿਆਰ ਕੀਤੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਫੈਰਸ ਤੇ ਨਾਨ ਫੈਰਸ ਕਾਸਟਿੰਗ ਦਾ ਸਾਰਾ ਸਮਾਨ ਜਿਵੇਂ ਬੁਸ਼, ਕਿੰਗ ਪਿਨ, ਸਪਰਿੰਗ ਪਿਨ, ਸਲੀਵ, ਚੈਕ ਨਟ, ਸ਼ੈਕਲ ਬੋਲਟ, ਆਈ ਬੋਲਟ ਤੇ ਹੋਰ ਸਮਾਨ ਤਿਆਰ ਕੀਤਾ ਜਾਂਦਾ ਹੈ। ਉਤਪਾਦਨ ਦੇ ਮੁੱਢਲੇ ਪੜਾਅ ਤੋਂ ਹੀ ਹਰ ਚੀਜ਼ ਦੀ ਬੜੀ ਬਾਰੀਕੀ ਨਾਲ ਪਰਖ ਕੀਤੀ ਜਾਂਦੀ ਹੈ। ਗੁਣਵੱਤਾ ਜਾਣਨ ਵਾਸਤੇ ਧਾਤ ਯਾਨੀ ਲੋਹੇ ਨੂੰ ਪਰਖ ਦੇ ਵੱਖ-ਵੱਖ ਪੜਾਵਾਂ 'ਚੋਂ ਲੰਘਾਇਆ ਜਾਂਦਾ ਹੈ। ਮਿਆਰ ਦੇ ਪੈਮਾਨੇ ਤੇ 100% ਖਰਿਆਂ ਉਤਰਨ ਤੇ ਹੀ ਇਸ ਨੂੰ ਉਤਪਾਦਨ ਲਈ ਪ੍ਰਵਾਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਫਿਰ ਲੈਬੋਰਟਰੀ ਵਿੱਚ ਨਿਹਾਇਤ ਹੀ ਆਧੁਨਿਕ ਮਸ਼ੀਨਾਂ ਤੇ ਤਿਆਰ ਮਾਲ ਦੀ ਪਰਖ ਕਰਕੇ ਇਸ ਨੂੰ ਪ੍ਰਮਾਣਿਤ ਕੀਤਾ ਜਾਂਦਾ ਹੈ। ਲੁਧਿਆਣੇ ਦੇ ਵਿੱਚ 47 ਸਾਲ ਤੋਂ ਪਹਿਲਾਂ, ਆਜ਼ਾਦੀ ਤੋਂ ਪਹਿਲਾਂ ਆਟੋ ਪਾਰਟਸ ਬਣਾਉਣ ਵਾਲੀਆਂ 3-4 ਫੈਕਟਰੀਆਂ ਸੀ। ਬਹੁਤ ਛੋਟੀ ਸਕੇਲ ਦੇ, ਕੋਈ ਇੱਕ ਆਈਟਮ ਬਣਾਉਣੀ, ਕੋਈ 2 ਆਈਟਮ ਬਣਾਉਂਦਾ ਸੀ। ਲੇਕਿਨ ਆਜ਼ਾਦੀ ਮਿਲਣ ਤੋਂ ਬਾਅਦ ਇੱਕਦਮ ਇੱਥੇ ਇੰਡਸਟਰੀ ਦਾ ਯੁੱਗ ਦਾ ਪਲਟਾ ਆਇਆ। ਇੱਕਦਮ ਇੱਥੇ ਇੰਡਸਟਰੀ ਆਟੋਮੋਬਾਈਲ ਦੀ ਲੱਗਣੀ ਸ਼ੁਰੂ ਹੋ ਗਈ ਔਰ 1960-62 ਤੋਂ ਬਾਅਦ ਇੱਥੇ ਕਾਫੀ ਜ਼ਿਆਦਾ ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਜਿਹਦਾ ਨਤੀਜਾ ਇਹ ਹੈ ਕਿ ਅੱਜ ਲੁਧਿਆਣੇ ਵਿੱਚ 2-2.5 ਹਜ਼ਾਰ ਫੈਕਟਰੀ ਆਟੋਮੋਬਾਈਲ ਪਾਰਟਸ ਬਣਾਉਂਦੀ ਹੈ ਔਰ ਕਾਫੀ ਵੱਡੀ ਰੇਂਜ ਬਣਾਉਂਦੀ ਹੈ ਔਰ ਕੁਆਲਿਟੀ ਵੀ ਇੰਨੀ ਵਧੀਆ ਬਣ ਚੁੱਕੀ ਹੈ ਕਿ ਕੁਆਲਿਟੀ ਦੇ ਸਦਕੇ ਹੀ ਕਿ ਅੱਜ ਲੁਧਿਆਣੇ ਦਾ ਨਾਂ ਯੂਰਪ ਦੇ ਵਿੱਚ, ਅਮਰੀਕਾ ਵਿੱਚ, ਕੈਨੇਡਾ ਵਿੱਚ, UK ਵਿੱਚ, ਜਰਮਨੀ ਵਿੱਚ, ਹੋਰ ਇਸ ਤੋਂ ਇਲਾਵਾ ਹੋਰ 25-30 ਦੇਸ਼ਾਂ ਦੇ ਵਿੱਚ ਲੁਧਿਆਣਾ ਦਾ ਮਾਲ ਕੁਆਲਿਟੀ ਬੇਸ ਤੇ ਹੀ ਬਣਿਆ ਹੋਇਆ ਜਾ ਕੇ ਵਿਕਦਾ ਹੈ ਔਰ ਕਾਫੀ ਇਸ ਦੀ ਲੁਧਿਆਣੇ ਦੀ ਕੁਆਲਿਟੀ ਬੇਸ ਦੇ ਉੱਤੇ ਆਟੋਮੋਬਾਈਲ ਪਾਰਟਸ ਦੀ ਸ਼ੋਹਰਤ ਹੈ। ਸਨਅਤੀਕਰਨ ਨਾਲ ਅੱਜ ਦੇ ਖੁਸ਼ਹਾਲੀ ਦੇ ਮਾਹੌਲ ਵਿੱਚ ਸੜਕਾਂ ਤੇ ਵੱਧਦੇ ਵਾਹਨਾਂ ਦੀ ਗਿਣਤੀ ਨੂੰ ਦੇਖਦੇ ਲੁਧਿਆਣਾ ਦੀ ਆਟੋ ਪਾਰਟ ਸਨਅਤ ਦਾ ਭਵਿੱਖ ਬੜਾ ਉਜਲਾ ਨਜ਼ਰ ਆਉਂਦਾ ਹੈ। ਤੇਜ਼ ਰਫ਼ਤਾਰ ਸਨਅਤੀ ਤਰੱਕੀ ਕਰਕੇ ਲੁਧਿਆਣਾ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਆਵਾਜਾਈ ਵਧੀ ਹੈ। ਦੂਰ ਦਰਾਜ਼ ਤੋਂ ਲੰਮਾ ਸਫ਼ਰ ਕਰਕੇ ਕਾਰੋਬਾਰ ਲਈ ਆਏ ਲੋਕਾਂ ਨੂੰ ਰਹਿਣ ਲਈ
ਵਧੀਆ ਥਾਂ ਵੀ ਤੇ ਚਾਹੀਦੀ ਏ। ਲੁਧਿਆਣਾ ਵਿੱਚ ਸੈਲਾਨੀਆਂ ਲਈ ਆਲੀਸ਼ਾਨ ਹੋਟਲ ਹਨ ਤੇ ਸ਼ਾਨਦਾਰ ਢੰਗ ਨਾਲ ਸਜਾਏ ਸਵਾਰੇ ਗਏ ਆਰਾਮਦੇਹ ਕਮਰੇ। ਚਿਹਰੇ ਤੇ ਮੁਸਕਾਨ ਹੋਵੇ ਤਾਂ ਮਾਹੌਲ ਵਿੱਚ ਖੁਸ਼ੀ ਪਸਰਦੀ ਏ। ਹੋਟਲ ਲਾਈਨ ਦੀ ਵੱਧਦੀ ਅਹਿਮੀਅਤ ਨੂੰ ਵੇਖਦਿਆਂ ਸਰਕਾਰ ਨੇ ਟੂਰਿਜ਼ਮ ਤੇ ਹੋਟਲ ਖੇਤਰ ਨੂੰ ਸਨਅਤ ਦਾ ਦਰਜਾ ਦੇ ਦਿੱਤਾ ਹੈ। ਪਿਛਲੇ 10 ਸਾਲਾਂ ਤੋਂ ਹੋਟਲ ਇੰਡਸਟਰੀ ਦੀ ਬਹੁਤ ਗਰੋਥ ਹੋਈ ਆ। ਪਿਛਲੇ 10 ਸਾਲ ਪਹਿਲਾਂ ਇੱਥੇ 100 ਰੂਮ ਏਸੀ ਦੇ ਅਵੇਲੇਬਲ ਸੀ, ਅੱਜ ਕੋਈ 400 ਰੂਮ ਅਵੇਲੇਬਲ ਆ, ਬਿਕੋਜ਼ ਇੱਥੇ ਦੀ ਸਾਈਕਲ ਇੰਡਸਟਰੀ ਤੇ ਹਾਊਸਿੰਗ ਇੰਡਸਟਰੀ ਦੀ ਗਰੋਥ ਹੋਈ ਆ। ਉਹਦੇ ਨਾਲ ਉਹਨਾਂ ਦੇ ਟੈਕਨੋਕ੍ਰੇਟਸ ਆਏ ਨੇ ਬਾਹਰੋਂ, ਬਾਇਰ ਬਾਹਰੋਂ ਆਏ ਨੇ, ਉਹਨਾਂ ਦੇ ਸਟੇ ਲਈ ਉੱਦਾਂ ਦੀਆਂ ਫੈਸਿਲਿਟੀਜ਼ ਚਾਹੀਦੀਆਂ ਸੀ ਤੇ ਉੱਦਾਂ ਦਾ ਹੀ ਇਨਫਰਾਸਟ੍ਰਕਚਰ ਚਾਹੀਦਾ ਸੀ। ਇਸ ਲਈ ਇਸ ਇੰਡਸਟਰੀ ਦੀ ਇਹ ਗਰੋਥ ਹੋਈ ਆ। ਹੁਣ ਕਿਸੇ ਵੀ ਥਾਂ ਤੇ ਹੋਟਲ ਉਸਾਰਨ ਲਈ 25% ਸਬਸਿਡੀ ਉਪਲਬਧ ਹੈ, ਜਿਸ ਦੀ ਸੀਮਾ 25 ਲੱਖ ਰੁਪਏ ਰੱਖੀ ਗਈ ਹੈ। ਲੁਧਿਆਣਾ ਹੋਟਲ ਸਨਅਤ ਵਿੱਚ ਵੀ ਆਪਣੀ ਵੱਖਰੀ ਥਾਂ ਬਣਾ ਰਿਹਾ ਹੈ। ਲੁਧਿਆਣਾ ਸ਼ਹਿਰ ਵਾਸਤੇ ਇਹ ਬੜੀ ਫਖਰ ਦੀ ਗੱਲ ਏ ਕਿ ਭਾਰਤ ਦੀ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਥੇ ਸਥਿਤ ਹੈ। ਪੰਜਾਬੀਆਂ ਦੇ ਦਿਲਾਂ ਵਿੱਚ ਇਸ ਯੂਨੀਵਰਸਿਟੀ ਦੀ ਵਿਸ਼ੇਸ਼ ਥਾਂ ਹੈ। ਸ਼ਾਇਦ ਹੀ ਪੰਜਾਬ ਦਾ ਕੋਈ ਕਿਸਾਨ ਹੋਵੇ ਜੋ ਇਸ ਦੀ ਹੋਂਦ ਤੋਂ ਜਾਣੂ ਨਾ ਹੋਵੇ। ਖੇਤੀ ਤੇ ਹੋਰਨਾਂ ਸੰਬੰਧਿਤ ਧੰਦਿਆਂ ਦੀ ਖੋਜ ਤੇ ਵਿਕਾਸ ਦੇ ਕੰਮ ਵਿੱਚ ਇਸ ਯੂਨੀਵਰਸਿਟੀ ਨੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਅਜਿਹੇ ਸਮੇਂ ਕੀਤੀ ਗਈ ਜਦੋਂ ਦੇਸ਼ ਖੁਰਾਕ ਦੇ ਬਹੁਤ ਵੱਡੇ ਸੰਕਟ ਚੋਂ ਗੁਜ਼ਰ ਰਿਹਾ ਸੀ। ਯੂਨੀਵਰਸਿਟੀ ਦੇ ਸਾਇੰਸਦਾਨਾਂ ਤੇ ਮਾਹਿਰਾਂ ਵੱਲੋਂ ਵਿਕਸਿਤ ਕੀਤੀਆਂ ਗਈਆਂ ਤਕਨੀਕਾਂ ਤੇ ਖੋਜ ਸਦਕਾ ਕੁਝ ਹੀ ਸਾਲਾਂ ਵਿੱਚ ਦੇਸ਼ ਦੇ ਅਨਾਜ ਉਤਪਾਦਨ ਵਿੱਚ ਬੇਮਿਸਾਲ ਵਾਧਾ ਹੋਇਆ। ਪੰਜਾਬ ਦੀ ਹਰੀ ਕ੍ਰਾਂਤੀ ਦਾ ਬੀਜ ਇਸੇ ਯੂਨੀਵਰਸਿਟੀ ਦੇ ਖੋਜ ਕਮਰਿਆਂ ਵਿੱਚ ਤੇ ਖੇਤਾਂ ਵਿੱਚ ਬੀਜਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ 1962 ਵਿੱਚ ਕੀਤੀ ਗਈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਯੂਨੀਵਰਸਿਟੀ ਦਾ ਉਦਘਾਟਨ ਕੀਤਾ। ਇਹ ਉਹ ਸਮਾਂ ਸੀ ਜਦੋਂ ਦੇਸ਼ ਦੀਆਂ ਖੁਰਾਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਣਕ ਬਾਹਰੋਂ ਮੰਗਵਾਉਣੀ ਪੈਂਦੀ ਸੀ। ਯੂਨੀਵਰਸਿਟੀ ਮਾਹਰਾਂ ਦੇ ਅਣਥੱਕ ਯਤਨਾਂ ਨਾਲ ਦੇਸ਼ ਹੌਲੀ-ਹੌਲੀ ਖੁਰਾਕ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਗਿਆ। ਅੱਜ ਕੇਂਦਰੀ ਅੰਨ ਭੰਡਾਰ ਵਿੱਚ ਅੱਧੇ ਤੋਂ ਵੱਧ ਹਿੱਸਾ ਪੰਜਾਬ ਦੀ ਕਿਰਸਾਨੀ ਦਾ ਹੀ ਹੈ। ਯੂਨੀਵਰਸਿਟੀ ਦੇ ਮਾਹਿਰਾਂ ਨੇ ਹੁਣ ਤੱਕ ਵੱਖ-ਵੱਖ ਫਸਲਾਂ ਦੀਆਂ ਕਰੀਬ 340 ਕਿਸਮਾਂ ਦਾ ਵਿਕਾਸ ਕੀਤਾ ਹੈ। ਫਸਲਾਂ ਵਿੱਚ ਵੰਨ ਸੁਵੰਨਤਾ ਆਈ ਹੈ। ਨਾਲ ਹੀ ਪ੍ਰਤੀ ਏਕੜ ਝਾੜ ਵੀ ਬਹੁਤ ਵਧਿਆ ਹੈ। ਰਾਜ ਵਿੱਚ ਚਿੱਟੀ ਕ੍ਰਾਂਤੀ ਲਿਆਉਣ ਲਈ ਵੀ ਯੂਨੀਵਰਸਿਟੀ ਦੇ ਮਾਹਰਾਂ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਨੇ। ਪਸ਼ੂਆਂ ਦੀ ਨਸਲ ਸੁਧਾਰ ਕੇ ਵਧੇਰੇ ਦੁੱਧ ਲੈਣ ਲਈ ਕਈ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਨੇ। ਇਸੇ ਤਰ੍ਹਾਂ ਨੀਲੀ ਕ੍ਰਾਂਤੀ ਯਾਨੀ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕੰਮ ਕੀਤਾ ਗਿਆ ਹੈ। ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਉਹਨਾਂ ਨੂੰ ਖੁੰਭਾਂ ਦੀ ਕਾਸ਼ਤ ਤੇ ਮਧੂਮੱਖੀ ਪਾਲਣ ਲਈ ਪ੍ਰੇਰਿਆ ਜਾ ਰਿਹਾ ਹੈ। ਫਸਲ ਬੀਜਣ ਤੋਂ ਲੈ ਕੇ ਫਸਲ ਦੀ ਕਟਾਈ ਤੀਕ ਕਿਸਾਨਾਂ ਦਾ ਕੰਮ ਸੁਖਾਲਾ ਤੇ ਵਧੇਰੇ ਲਾਭਦਾਇਕ ਬਣਾਉਣ ਲਈ ਯੂਨੀਵਰਸਿਟੀ ਨੇ ਕਈ ਖੇਤੀ ਸੰਦਾਂ ਦਾ ਵਿਕਾਸ ਕੀਤਾ ਹੈ ਅਤੇ ਖੋਜ ਨਿਰੰਤਰ ਜਾਰੀ ਹੈ। ਯੂਨੀਵਰਸਿਟੀ ਕਿਸਾਨਾਂ ਨੂੰ ਨਵੀਆਂ ਖੋਜਾਂ ਤੋਂ ਜਾਣੂ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ। ਵੱਖ-ਵੱਖ ਸ਼ਹਿਰਾਂ, ਬਲਾਕਾਂ ਤੇ ਪਿੰਡਾਂ ਵਿੱਚ ਖੇਤੀ ਮੇਲੇ ਲਗਾਏ ਜਾਂਦੇ ਨੇ, ਜਿੱਥੇ ਯੂਨੀਵਰਸਿਟੀ ਦੇ ਮਾਹਰ ਕਿਸਾਨਾਂ ਦੀਆਂ ਔਕੜਾਂ ਸੁਣਦੇ ਨੇ, ਉਹਨਾਂ ਦਾ ਹੱਲ ਦੱਸਦੇ ਨੇ, ਕਿਸਾਨਾਂ ਨੂੰ ਨਵੀਆਂ ਤਕਨੀਕਾਂ, ਨਵੀਆਂ ਖੋਜਾਂ ਤੋਂ
ਜਾਣੂ ਕਰਵਾਉਂਦੇ ਨੇ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਖੇਤੀ ਸਾਹਿਤ ਕਿਸਾਨਾਂ ਵਿੱਚ ਬੜਾ ਹੀ ਲੋਕਪ੍ਰਿਯ ਹੈ। ਰਾਜ ਦੇ ਮਿਹਨਤੀ ਕਿਸਾਨਾਂ ਤੇ ਸਮੁੱਚੇ ਤੌਰ ਤੇ ਦੇਸ਼ ਵਾਸੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੇ ਬੜਾ ਮਾਣ ਹੈ। ਹਰੇ ਇਨਕਲਾਬ ਨਾਲ ਲੁਧਿਆਣੇ ਨੇ ਸਮੁੱਚੇ ਪੰਜਾਬ ਦਾ ਖੁਸ਼ੀਆਂ ਭਰੇ ਖੁਸ਼ਹਾਲ ਵਿਹੜੇ ਵਿੱਚ ਵਾਧਾ ਕੀਤਾ ਹੈ। ਪਿੰਡ ਖੁਸ਼ਹਾਲ, ਸ਼ਹਿਰਾਂ 'ਚ ਖੁਸ਼ੀ, ਪੰਜਾਬ ਖੁਸ਼ਹਾਲ ਤੇ ਆਜ਼ਾਦ ਭਾਰਤ ਖੁਸ਼ਹਾਲੀ ਦਾ ਨਵਾਂ ਸੁਨੇਹਾ।